ਪਿਆਰੇ ਜੀ once again we want to welcome you to ਰੂਹ ਦੀ ਖੁਰਾਕ ਪ੍ਰੋਗਰਾਮ। ਪਿਛਲੇ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਜੋ ਸਾਨੂੰ ਸੁਝਾਅ ਕਮੈਂਟਸ ਤੁਸੀਂ ਦੱਸੇ ਨੇ ਉਸ ਤੋਂ ਅਸੀਂ ਬਹੁਤ ਖੁਸ਼ ਹਾਂ। ਐਵਰੀ ਟਾਈਮ ਜਦੋਂ ਵੀ ਇਸ ਪ੍ਰੋਗਰਾਮ ਦਾ ਆਗਾਜ਼ ਹੁੰਦਾ ਹੈ ਅਸੀਂ ਇਸ ਗੱਲ ਨੂੰ ਦੱਸਦੇ ਹਾਂ ਕਿ ਇਹ ਪ੍ਰੋਗਰਾਮ ਤੁਹਾਡੀ ਰੂਹਾਨੀ ਆਤਮਿਕ ਅਤੇ ਤੁਹਾਡੀ ਜ਼ਹਿਨੀ ਤੇ ਸਰੀਰਕ ਲਾਈਫ ਨੂੰ ਮੱਦੇਨਜ਼ਰ ਰੱਖਦੇ ਹੋਏ ਬੈਲੈਂਸ ਜੋ ਡਾਈਟ ਜੋ ਬੈਲੈਂਸ ਸਾਡੀ ਖੁਰਾਕ ਹੈ ਉਸ ਨੂੰ ਮੁਹੱਈਆ ਕਰਨ ਵਾਸਤੇ ਪੇਸ਼ ਕੀਤਾ ਜਾਂਦਾ ਹੈ ਤਾਂ ਕਿ ਇਨਸਾਨ ਇੱਕ ਸੰਤੁਲਿਤ ਜ਼ਿੰਦਗੀ ਜੀ ਸਕੇ, ਬੈਲੈਂਸ ਲਾਈਫ ਜੀ ਸਕੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਆਤਮਿਕ, ਸਰੀਰਕ ਅਤੇ ਜ਼ਹਿਨੀ ਤੌਰ ਤੇ ਮੈਂਟਲੀ ਤੌਰ ਤੇ ਇੱਕ ਬੈਲੈਂਸ, ਸਕੂਨੀਅਤ ਭਰੀ ਹੋਈ, ਸ਼ਾਂਤੀ ਭਰੀ ਜ਼ਿੰਦਗੀ ਨੂੰ ਜੀ ਸਕੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਮਹੱਤਵਪੂਰਨ 7 ਪ੍ਰਿੰਸੀਪਲਸ ਆਫ ਬਲੈਸਿੰਗਸ ਉਹ 7 ਸਿਧਾਂਤ, ਉਹ 7 ਕਾਇਦੇ ਕਾਨੂੰਨ ਮੈਂ ਦੱਸਣਾ ਚਾਹਾਂਗਾ ਜਿਸ ਨਾਲ ਜ਼ਿੰਦਗੀ ਦੇ ਵਿੱਚ ਇਨਸਾਨ ਕਿਸੇ ਵੀ ਜਗ੍ਹਾ ਤੇ ਕਿਸੇ ਵੀ ਲੈਂਗੁਏਜ ਨੂੰ ਬੋਲਣ ਵਾਲਾ ਕਿਉਂ ਨਾ ਹੋਵੇ, ਕਿਸੇ ਵੀ ਸੱਭਿਅਤਾ ਦੇ ਨਾਲ ਤਾਲੁਕ ਕਿਉਂ ਨਾ ਰੱਖਦਾ ਹੋਵੇ, ਦੁਨੀਆ ਦੇ ਕਿਸੇ ਵੀ ਹਿੱਸੇ ਤੇ ਕਿਉਂ ਨਾ ਹੋਵੇ, ਅਗਰ ਉਹ 7 ਪ੍ਰਿੰਸੀਪਲ 7 ਸਿਧਾਂਤ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੇਗਾ, ਉਹਨਾਂ ਤੇ ਅਮਲ ਕਰੇਗਾ, ਉਹ ਇੱਕ ਸਫਲ ਜ਼ਿੰਦਗੀ ਪਾਵੇਗਾ। ਉਸ ਦੇ ਨਾਲ ਨਾਲ ਉਹ ਇੱਕ ਆਸ਼ੀਸ਼ ਨੂੰ, ਬਰਕਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਹਾਸਲ ਕਰ ਸਕਦਾ ਹੈ। ਇਹ 7 ਪ੍ਰਿੰਸੀਪਲ ਪਰਮੇਸ਼ਰ ਦੀ ਬਾਣੀ ਦੇ ਆਧਾਰ ਤੇ ਨੇ। ਇਹ 7 ਜੋ ਕਾਇਦੇ ਕਾਨੂੰਨ ਨੇ ਦੇ ਆਰ ਬੇਸਡ ਔਨ practical life, they are based on the very word of God and they are very important for each individual। ਅਗਰ ਅਸੀਂ ਉਹਨਾਂ ਨੂੰ ਮੰਨੀਏ ਨਾ ਮੰਨੀਏ ਉਹ ਸਿਧਾਂਤ ਉੱਥੇ ਹਨ, ਉਹ ਸਿਧਾਂਤ ਦੁਨੀਆ ਵਿੱਚ ਪਾਏ ਜਾਂਦੇ ਹਨ। ਅਗਰ ਅਸੀਂ ਉਹਨਾਂ ਤੇ ਸਹਿਮਤ ਨਹੀਂ ਹੁੰਦੇ ਜਾਂ ਉਹਨਾਂ ਨੂੰ ਅਪਲਾਈ ਨਹੀਂ ਕਰਦੇ ਤਾਂ ਉਹਨਾਂ ਦਾ ਨੁਕਸਾਨ ਸਾਡੇ ਰੋਜ਼ਾਨਾ ਦੀ ਜ਼ਿੰਦਗੀ 'ਚ, ਨਿੱਜੀ ਜ਼ਿੰਦਗੀ ਦੇ ਵਿੱਚ ਸਾਨੂੰ ਉਠਾਉਣਾ ਪੈਂਦਾ ਹੈ। ਇਹ 7 ਪ੍ਰਿੰਸੀਪਲ 7 ਸਿਧਾਂਤ ਜੋ ਰਹੇ ਨੇ ਉਹ ਸਾਡੀ ਜ਼ਿੰਦਗੀ ਨੂੰ ਬਹੁਤ ਉੱਚਾ ਲਿਜਾ ਸਕਦੇ ਨੇ, ਪਰਮੇਸ਼ਰ ਦੇ ਕਰੀਬ ਲਿਜਾ ਸਕਦੇ ਨੇ, ਸਾਨੂੰ ਜ਼ਹਿਨੀ ਤੌਰ ਤੇ, ਸਰੀਰਕ ਤੌਰ ਤੇ ਅਤੇ ਆਤਮਿਕ ਤੌਰ ਤੇ ਸਫਲਤਾ ਬਖਸ਼ ਸਕਦੇ ਨੇ ਤੇ ਸਾਨੂੰ ਉਚਾਈਆਂ ਦੇ ਵਿੱਚ ਲਿਜਾ ਸਕਦੇ ਨੇ। ਇਹ 7 ਪ੍ਰਿੰਸੀਪਲ ਬਹੁਤ ਹੀ ਮਹੱਤਵਪੂਰਨ ਨੇ, ਭਾਵੇਂ ਕੋਈ ਬੱਚਾ ਹੈ, ਨੌਜਵਾਨ, ਬਜ਼ੁਰਗ ਹੈ, ਮੇਲ ਹੈ ਜਾਂ ਫੀਮੇਲ ਹੈ, ਹਰ ਇੱਕ ਲਈ ਬਹੁਤ ਹੀ ਲੋੜੀਂਦੇ ਹਨ। ਅਗਰ ਤੁਸੀਂ ਤਵੱਜਾ ਦੇ ਕੇ ਬੜੇ ਧਿਆਨ ਦੇ ਨਾਲ ਅਟੈਂਸ਼ਨ ਦੇ ਕੇ ਇਹਨਾਂ ਸਿਧਾਂਤਾਂ ਨੂੰ ਸੁਣਦੇ ਅਤੇ ਆਪਣੀ ਜ਼ਿੰਦਗੀ 'ਚ ਲਾਗੂ ਕਰਦੇ ਹੋ, you are going to be a different person, you are going to be a successful and prosper in your life, whether you are a student, you are in a business or you are working, whatever the work you are belong to, wherever in the world you are, if you apply these 7 principles in your life, you are going to be a different, successful, a prosper person। Let me tell you what are these principles। You know, sometimes बहुत बार अक्सर ऐसी सोचा जाता है ते बहुत गल उच्चारी भी जाती है कि परमेश्वर जो है सॉवरन गॉड है कि ਉਹ ਪ੍ਰਭੂ ਜੋ ਹੈ ਹਰ ਜਗ੍ਹਾ ਪ੍ਰਭੂਤਾ ਕਰਦੇ ਨੇ, ਹਰ ਜਗ੍ਹਾ ਰਾਜ ਕਰਦੇ ਨੇ, ਉਸ ਦੀ ਬਾਦਸ਼ਾਹਤ ਹਰ ਜਗ੍ਹਾ ਤੇ ਪਾਈ ਜਾਂਦੀ ਹੈ। ਉਸ ਦੀ ਮਰਜ਼ੀ ਤੋਂ ਬਿਨਾ ਇੱਕ ਪੱਤਾ ਵੀ ਨਹੀਂ ਹਿਲਦਾ, ਜੋ ਕਿ ਗੱਲ ਬਿਲਕੁਲ 100% ਬਾਈਬਲ ਅਤੇ ਗ੍ਰੰਥਾਂ ਦੇ ਮੁਤਾਬਕ ਬਿਲਕੁਲ ਹੀ ਸੱਚ ਅਤੇ ਸਹੀ ਮੰਨੀ ਜਾਂਦੀ ਹੈ। ਪਰ ਕਦੇ ਕਦਾਈ ਅਸੀਂ ਇਸ ਜੋ ਸੱਚਾਈ ਨੂੰ, ਇਸ ਤੱਤ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੇ ਹਾਂ ਕਿ ਅਸੀਂ ਆਪਣੀ ਜ਼ਿੰਮੇਵਾਰੀ ਜੋ ਹੈ ਉਹ ਉਸ ਨੂੰ ਪਿਛਾਂਹ ਕਰ ਲੈਂਦੇ ਹਾਂ ਜਾਂ ਉਸ ਤੇ ਪਰਦਾ ਪਾ ਲੈਂਦੇ ਹਾਂ। God is sovereign, God is ruling and reigning all over the world। ਪਰਮੇਸ਼ਰ ਹਰ ਜਗ੍ਹਾ ਰਾਜ ਕਰਦੇ ਨੇ, ਉਸ ਦੀ ਮਰਜ਼ੀ ਹਰ ਜਗ੍ਹਾ ਪਾਈ ਜਾਂਦੀ ਹੈ। ਪਰ ਕੁਝ ਅਜਿਹੀਆਂ ਗੱਲਾਂ ਨੇ ਅਗਰ ਅਸੀਂ ਉਹਨਾਂ ਨੂੰ ਪੂਰਾ ਨਹੀਂ ਕਰਦੇ ਤਾਂ ਪ੍ਰਭੂ ਪਰਮੇਸ਼ਰ ਵੀ ਚਾਹੁੰਦੇ ਹੋਏ ਵੀ ਸਾਨੂੰ ਉਸ ਗੱਲ ਦੇ ਵਿੱਚ ਜਾਂ ਸਾਡੀ ਜ਼ਿੰਦਗੀ ਵਿੱਚ ਸਾਨੂੰ ਸਫਲਤਾ, ਸੰਪੰਨਤਾ, ਸ਼ਾਂਤੀ ਤੇ ਖੁਸ਼ੀ ਨਹੀਂ ਦੇ ਸਕਦੇ ਹਨ। ਭਾਵ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹਨਾਂ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਬਣਦੀ ਹੈ, ਸਾਡੀ ਰਿਸਪਾਂਸਿਬਿਲਿਟੀਜ਼ ਬਣਦੀ ਹਨ। ਅਗਰ ਉਹਨਾਂ ਜ਼ਿੰਮੇਵਾਰੀਆਂ ਨੂੰ ਅਸੀਂ ਸੰਜੀਦਗੀ ਦੇ ਨਾਲ, ਸੀਰੀਅਸਨੈਸ ਦੇ ਨਾਲ ਪੂਰਾ ਨਹੀਂ ਕਰਦੇ ਹਾਂ, God cannot bless us, he cannot ਸਾਡੇ ਤੇ ਆਸ਼ੀਸ਼, ਬਰਕਤ, ਆਸ਼ੀਰਵਾਦ ਨਹੀਂ ਰੱਖ ਸਕਦੇ, ਨਾ ਦੇ ਸਕਦੇ ਨੇ ਸਾਨੂੰ। ਭਾਵ ਮੁਕੱਦਸ ਬਾਈਬਲ ਦੇ ਵਿੱਚ, ਪਵਿੱਤਰ ਸ਼ਾਸਤਰ ਬਾਈਬਲ ਦੇ ਵਿੱਚ 331 ਵਾਰ ਇਫ ਸ਼ਬਦ ਆਇਆ। ਇਫ ਮਤਲਬ ਅਗਰ, ਅਗਰ ਮਤਲਬ ਹੈ ਕਿ ਅਗਰ ਕੋਈ ਕੰਮ ਅਸੀਂ ਨਹੀਂ ਕਰਦੇ ਤੇ ਫਿਰ ਉਸ ਦਾ ਜੋ ਨਤੀਜਾ ਸਾਡੀ ਜ਼ਿੰਦਗੀ ਵਿੱਚ ਨਹੀਂ ਹੋਵੇਗਾ। ਭਾਵ ਅਗਰ ਅਸੀਂ ਆਗਿਆਕਾਰਿਤਾ ਨਹੀਂ ਕਰਦੇ ਤਾਂ ਸਾਨੂੰ ਉਸ ਦਾ ਫਲਸਰੂਪ ਜੋ ਬਰਕਤ ਹੈ ਆਸੀਸ ਨਹੀਂ ਮਿਲ ਸਕਦੀ। ਅਗਰ ਅਸੀਂ ਐਗਜ਼ਾਮ ਨਹੀਂ ਦਿੰਦੇ ਤੇ ਇਹਦਾ ਮਤਲਬ ਕਿ ਸਾਡਾ ਰਿਜ਼ਲਟ ਨਹੀਂ ਆਏਗਾ। ਕੌਜ਼ ਐਂਡ ਇਫੈਕਟ ਨੇ ਹਰ ਚੀਜ਼ ਦੇ। ਸੋ God is sovereign, at the same time
प्रभु चाहते हैं कि असी अपनी जिम्मेदारी नूं, अपने फैसलियां नूं, अपने निर्णय नूं सही तरीके नाल करिए ताकि प्रभु बरकत दे सके। प्रभु कहते हैं अगर तू पुकारेगा तो मैं तेरी सुनागा, अगर तुसी खटखटाओगे तो तुहाडे लई खोलिया जाएगा, अगर तुसी ढूंढोगे तुहानूं लभ जाएगा, अगर तुसी मेरा कहना मनोगे, मेरी आज्ञा की पालना करोगे तो मैं तुहानूं आसीस देवांगा, बरकत दांगा। फिर इस ते जिम्मेदारी साडी बन जाती है। इस ते जो कार्य है जो उस साडे ते डिपेंड करता है कि प्रभु सानू बरकत आशीष देन या ना देन। देखो प्रभु की तो मर्जी है, बाणी दसदी है कि प्रभु की मर्जी है कि सानू सफलता देवे, शांति देवे, संपन्नता देवे, आशीष देवे, बरकत देवे। पर अगर असी उसके कायदियां नू, हुक्मां नू नहीं मानते तो प्रभु जो है बरकत देन तो अपने आप दूर हो जाते हैं, वो सानू बरकत नहीं दे सकते। वो अगर असी उसके कोल नहीं जावांगे तो वो सानू छुड़ावेगा नहीं। वो चाहते हुए भी, प्रभु चाहते हुए भी, क्योंकि उस प्रभु ने सानू लिबर्टी यानी कि सानू स्वतंत्रता दी हुई है, आजादी दी है चुनाव करने की। अते वो जो आजादी दी, जो स्वतंत्रता की जो भावना साडे अंदर पाई हुई है, जो चोण करने की सानू ताकत दी है, वो साडे तो प्रभु खोणगे नहीं, वो वापस नहीं लैणगे, क्योंकि उसने सानू अपनी स्वरूपता च रच के वो बरकत, वो आसीस, वो चुनाव करने की ताकत सानू दी हुई है। भाव जब तक असी उन्होंने नहीं करते प्रभु साडे ते बरकत नहीं दे सकता। हुण 7 प्रिंसीपल किहड़े हैं? नंबर 1 द लॉ ऑफ डिफरेंस, भिन्नता का सिद्धांत। हर चीज दे विच एक फर्क है, भिन्नता, खासियत, विशेषता, उदा अपना गुण। हर शख्स नू परमेश्वर ने वखरा बनाया है। एक लॉ है, एक कायदा है, एक नियम है कि परमेश्वर ने हर एक नू फर्क ते भिन्न बनाया है। हर शख्स दे जो फिंगरप्रिंट्स ने फर्क ने। क्यों? परमेश्वर नहीं चाहता कि कोई जो है अपने आप की तुलना किसी होर नाल करे। परमेश्वर ने हर एक नू जो है एक संपूर्ण सिद्ध बनाया, पर गुनाह के कारण इंसान वो समानता खो चुका है। बट जो ओरिजिनल परमेश्वर ने बनाया है, परमेश्वर जो है क्रिएटर है, सृजनहार है, रचेता है, वो डुप्लीकेटर नहीं है। वो कोई किसी की भी कार्बन कॉपी या डुप्लीकेट कॉपी नहीं बनाता। परमेश्वर जो भी बनाते हैं तो वो ओरिजिनल बनाते हैं, इसलिए वो भिन्नता है, खासियत है, उसनों फर्क बनाया है। हर एक की लाइकनेस एंड डिसलाइकनेस होंदियां ने, हर एक की अपनी अपनी एक सोचने का नजरिया है, हर एक का अपनी अपना खान का टेस्ट फर्क है, इसलिए चुनाव करने का टेस्ट फर्क है। इसलिए इंसान की जिंदगी उसका कलर, उसका जो कद काठ, जो स्ट्रक्चर है, फर्क है, क्योंकि परमेश्वर ने इंसान फर्क बनाया है। इसलिए हर जगह का, हर सभ्यता का ते हर एक लैंग्वेज का एक अपना जायका है, अपना उहदा एक लुफ्त है, उहदे विच अपना एक खासियत पाई जाती है। परमेश्वर नहीं चाहता कि असी कंपैरिजन करते रहिए सारी जिंदगी। बहुत तेरे टाइम की हुंदा है, इंसान अपनी तुलना किसी होर नाल करता रहता है, जिस कारण वो सफर करता है, उसनों मुश्किलों विच लंघना पैंदा है, जिसकी उसनों लोड़ भी नहीं हुंदी। क्योंकि असी ਜਦੋਂ तुलना करते हैं तो फिर हौली हौली ਅਸੀਂ कंपीटिशन करना शुरू करते हैं, मुकाबला करना शुरू कर देंगे हैं। पर परमेश्वर ने सानू फर्क बनाया है, हर इंसान की सोच नहीं फर्क है। अगर असं अपनी तुलना करते रहेंगे, अगर तुम सिंगर नहीं हो तो अपनी तुलना सिंगर ना करते रहोगे, तुम अपने आप को नीवां सोचोगे, हीन भावना मन में आ जाएगी, तुम सोचोगे मैं मेरे च बहुत अवगुण ने। वेरास परमेश्वर ने शायद तुहाडे अंदर कुछ होर गुण पाया होएगा, ऐसा स्टडी करन दा, बिजनेस करन दा, या लैंग्वेज ज्यादा बोलन दा, या कम्युनिकेशन दा, होर कई गुण पाए होणगे। तुसी अपने गुण नूं पहचान के उहदे विच निखारता लैके आनी है, उसनूं तराशना है, उसनूं बेहतर करना है, ना कि अपनी तुलना किसी होर नाल करनी है जिस दे विच तुहाडे नाल फर्क गुण पाए जांदे ने, फर्क जिहड़े टैलेंट्स पाए जाते हैं, फर्क जो है उसकी क्वालिटीज फर्क हो सकती ने। इसलिए इंस्टेड ऑफ दुनिया दे विच अपनी तुलना करते रहना, किसी होर शख्स के नाल मुकाबलेबाजी करते रहना, स्ट्रेस विच रहना, खाम खा चिंता बोझ विच रहना कि मैं उस वर्गा नहीं है, मैं उस वर्गी नहीं है, या मैं उहदे वर्गा सोहना नहीं है, उहदे वर्गी सोहनी नहीं है, मेरे वाल उस वर्गे नहीं है, मेरा नक उस वर्गा नहीं है, मेरे बुल उस वर्गे नहीं है, मेरा चेहरा उस वर्गा नहीं, मेरा रंग उस वर्गा नहीं है। इस तुलना के चक्कर दे विच असीं बहुत सारा टाइम बर्बाद करते हैं। तो बहुत बार कंपीटिशन करते करते इंसान डिप्रेशन दे विच, तनाव दे विच चला जाता है, स्ट्रेस विच चला जाता है। वेरस प्रभु चाहता है कि असी अपनी भिन्नता नूं, अपने फर्क नूं, अपनी खासियत,
अपनी विशेषता नूं, अपनी महत्वता नूं पहचान के उस विच प्रभु दा शुक्रिया अदा करिए, उस विच प्रभु दा धन्नवाद करिए कि असीं परमेश्वर ने सानूं वखरा ते फर्क खास इंसान बनाया है। तुसीं इस दुनिया विच पिक्यूलियर हो, इंपोर्टेंट हो, फर्क हो, तुहाडे वर्गा इस दुनिया च कोई होर इंसान नहीं पाया जाता है। यू आर द मास्टरपीस, यू आर अ यूनिक पर्सन। तुसीं एक खास महत्वपूर्ण शख्स हो जिसनूं खुदा ने ओरिजिनल ही बनाया है, ते तुहाडे काम किसी होर ने नहीं करने, तुहाडे वर्गे गुण किसी होर विच नहीं होने। परमेश्वर ने तुहानूं फर्क बनाया है। इसलिए अपनी भिन्नता नूं, अपनी खासियत नूं, अपनी महत्वता नूं पहचान के प्रभु दा शुक्रिया अदा करो कि प्रभु ने तुहानूं वखरा बनाया। अगर इस दुनिया में सब कुछ इक्को जिहा हुंदा, सब इंसान इक्को जिहे हुंदे, हर जगह इक्को जी हुंदी, हर वातावरण इक्को जिहा हुंदा, ते दुनिया में बड़ी बोरीयत हुंदी, बहुत ही इंसान नूं अजीब जिहा महसूस हुंदा, अपनी उसनूं खासियत महसूस ना हुंदी या किसी दी लोड़ भी ना उसनूं पैंदी, क्योंकि जिस तरह दा वो है उस तरह दे सारे लोग पाए जांदे। हुण प्रभु ने वखरा बनाया है, इसलिए सानूं दूसरे दी लोड़ पैंदी है, दूसरे जगह जाण दी लोड़ पैंदी है, दूसरे शख्स दी हैल्प दी जरूरत पैंदी है, क्योंकि वो वखरा है साडे नालों, उसके गुण वखरे हैं, उसकी सोच वखरी है, उसकी पढ़ाई वखरी है, उसकी लैंगुएज वखरी है, उसका सोचण दा अंदाज वखरा है। इसलिए सानू एक दूजे की लोड़ पैंदी है, एक दूसरे ते डिपेंड हो जाते हैं, एक दूसरे की हेल्प करते हैं, एक दूसरे की शलाघा करते हैं, एक दूसरे की सराहना करते हैं, क्योंकि इसलिए प्रभु ने सानू वखरा ते भिन्न बनाया है। इसलिए पहला जो लो है भिन्नता का लो है, द लॉ ऑफ डिफरेंस। नंबर 2 लॉ ऑफ माइंड, मस्तिष्क का, दिमाग का एक प्रिंसिपल है, सिद्धांत है, जिसका मायना है कि बाणी दसदी है, पवित्र शास्त्र बाइबल दे विच कहावतां दी किताब है, कहावतां दी किताब विच लिखिया, इंसान जिवें सोचदा है उवें दा ओ है। एज द मैन थिंकथ सो इज ही। इंसान जिवें सोचदा बिल्कुल उस तरह है। इंसान जो है उसका माइंड जो है उसनूं उस तरह की हरकतां कार्य करने मजबूर करता है, तो इंसान उस ही बन जाता है, क्योंकि उसकी सोच उस तरीके की है, उसका नजरिया उस तरीके का है, उसके विचार इस तरीके के हैं। इसलिए माइंड जो है, मस्तिष्क जो है, बहुत ही महत्वपूर्ण तो इंपोर्टेंट हिस्सा इंसान का, जो कि प्रभु ने उसनों सफलता लिए बनाया हुआ है, संपन्न होने लिए बनाया है। इंसान के दिमाग को ओरिजिनली परमेश्वर ने इस तरीके का डिजाइन किया है कि वह सफलता पाए, तरक्की पाए, आशीष पाए, बढ़ोतरी पाए, अगे बढ़े, उन्नति करे। इस तरीके का इंसान का दिमाग बनाया हुआ है। पर असं उसनों किवें फीड करते हैं, उसनों किवें मेंटर करते हैं, अपने दिमाग को किवें ਅਸੀਂ ਉਸ ਦਾ ਧਿਆਨ ਰੱਖਦੇ ਹਾਂ, ਜਾਂ ਉਸ ਨੂੰ ਕਿਵੇਂ ਅਸੀਂ ਉਸ ਨੂੰ ਇਨਫੋਰਮੇਸ਼ਨ ਅਸੀਂ ਕਿਵੇਂ ਦਿੰਦੇ ਹਾਂ, ਕਿਉਂਕਿ ਸਾਡੇ ਦਿਮਾਗ ਨੂੰ ਲੋੜ ਹੈ। ਨੰਬਰ 1 ਕਾਹਦੀ ਲੋੜ ਹੈ? ਉਸ ਸਾਡੇ ਦਿਮਾਗ ਨੂੰ ਇਨਫੋਰਮੇਸ਼ਨ ਦੀ ਲੋੜ ਹੈ, ਇੱਕ ਸਹੀ ਦਿਸ਼ਾ ਦੀ ਲੋੜ ਹੈ, ਇੱਕ ਡਾਇਰੈਕਸ਼ਨ ਦੀ ਲੋੜ ਹੈ। ਯਹੋਸ਼ੂਆ ਦੀ ਕਿਤਾਬ ਉਸ ਦੇ ਪਹਿਲੇ ਅਧਿਆਇ ਉਹਦੀ 7ਵੀਂ ਅਤੇ 8ਵੀਂ ਪੰਕਤੀ ਦੇ ਵਿੱਚ मूसा ਦੇ ਮਰਨ ਤੋਂ ਬਾਅਦ ਉਸ ਦੇ ਅਸਿਸਟੈਂਟ जोशुआ ਨੂੰ प्रभु ने सेवकाई बख्शी कि वह पूरी इसराइल जाति की उन्होंने सिखावे कि वह प्रभु के पिछे चलन, वो पैरवी करन प्रभु के, या उन्होंने लीड करे, उन्होंने डायरैक्ट करे, उन्होंने गाइड करे, उन्होंने प्रभु के पिछे लैके चले। अजिहा जो सेवकाई का कार्य जोशुआ को बख्शिया गया, तो उसको आख्या गया 7वीं ते 8वीं पंक्ति में कि अगर तू अपने दास उस दे अगुए मूसा दे मानद, मूसा वांगर तू ये प्रभु के बाणी दीयां गल्लां नूं मनेगा, उसकी पालना करेगा, उस तो खब्बे ते सज्जे ना मुड़ेगा, अते इस बाणी के मुताबिक, इस किताब के मुताबिक, इस प्रभु के ग्रंथ के मुताबिक तू चलेगा, तो तू सफल होएगा, तेरा बोलबाला होगा, तेन संपन्नता मिलेगी, तेन बरकत मिलेगी, तो प्रभु तेरे संग होगा, तो तू जिंदगी में सफलता प्राप्त करेगा। जोशुआ की किताब उसके पहले अध्याय उसकी 7वीं ते 8वीं पंक्ति में यह गल लिखी हुई है। तो की भाव है इसका मतलब कि उसमें एक डायरैक्शन दी गई, उसमें एक सेध दी गई, इसलिए वो सफल होंदा गया, अपनी जो संपन्नता प्राप्त करता गया। साडे दिमाग नूं एक गोल की जरूरत है, दिशा की डायरैक्शन की जरूरत है। अगर असीं उसनूं देवांगे तां ही साडा दिमाग तरक्की दे विच, अगांह वधण दे विच, उन्नति दे विच जावेगा। दूसरी गल, साडे दिमाग नूं सही इंस्ट्रक्शन की, सही सूचना की लोड़ है, उसनूं सही निर्देशन की जरूरत पैंदी है, तां ही दिमाग जो है विख्यात हुंदा है या विकसित हुंदा है, उहदे विच
विकास आंदा है। अगर इस दिमाग नूं असीं प्रभु दी बाणी दीआं सोचां गल्लां दे नाल भरांगे ते इह दिमाग वाकई ही प्रभु दे वांगर वड्डियां ते विशाल गल्लां दे बारे सोचेगा, सफलता दे बारे सोचेगा, आत्मिकता दे बारे सोचेगा, तरक्की दे बारे सोचेगा ते प्रभु दे गुणगान बारे सोचेगा, अपने परिवार दी लोड़ां जरूरतां नूं पूरा करन बारे सोचेगा, एक सही इंसान बनन बारे सोचेगा। इसलिए इसनूं इंस्ट्रक्शन दी लोड़ है ते इस दिमाग नूं इंस्ट्रक्ट करन दे लई इस नूं प्रभु ने सानूं एक रिमोट दिता है। किस तरह इस दिमाग नूं असीं टेम कर सकते हैं, इस नूं पाल सकते हैं, इस नूं असीं कंट्रोल या काबू च रख सकते हैं। नंबर एक, अगर असीं अपने दिमाग नूं काबू च रखना है, इहनूं सही तरीके नाल करना, तो प्रभु ने जो रिमोट कंट्रोल दिता है वो है साडा माउथ, साडा मूँह, साडी जीभ, और प्रभु ने दी हुई है। जो असीं कहने हाँ वो साडा दिमाग रिकॉर्ड करता है तो उस मुताबिक ही काम करता है। इस दुनिया की गल्लां सुनते हैं पर उसका असर साडी जिंदगी, साडे दिमाग ते कुछ हद तक हुंदा है। सब तो ज़्यादा असर जो साडे दिमाग ते जो हुंदा है वो साडी अपनी जुबान दा हुंदा है, साडी अपनी बोलनी, साडी अपनी उच्चारनी दे नाल हुंदा है। इसलिए रिमोट कंट्रोल, अगर तुसीं सही बोलोगे, सही उच्चारोगे, सकारात्मक सही गल्लां अपनी जिंदगी विच उच्चारोगे तो वाकई ही ये जो जुबान है ये तुहाडे दिमाग नूं सही इन्फॉर्मेशन देवेगी, सही सिखावेगी, सही दिशा देवेगी, सही निर्देशन देवेगी, तो यह तुहाडा दिमाग सही दिशा वाल जाएगा। इसलिए तुहाडे दिमाग नूं आदत है, ये इस गल च ट्यून हो चुका है, इस गल विच ये अपने आप नूं इसने रवां कर लिया है। इस दिमाग नूं कंट्रोल करन ते इस नूं मोल्ड करन, इस नूं सही तरीके दे नाल इस दे विच ढालण वास्ते जो इस जो प्रभु ने सानू तरीका या औजार दिता है वो है साडी जुबान, साडा मूँह। जिवें असीं जही उप शब्द बोलते रहांगे, अगर असीं नकारात्मक नावाचक अजिहियां गल्लां जिहड़ियां सानू नीवा करदियां हन, दूसरे नीवा करदियां हैं, अगर वो असीं उचारते रहांगे साडा दिमाग अजिहियां गल्लां दे नाल भर जाएगा तो असीं उस तरह ही हो जावांगे। बहुतेरे बार इंसान अपने बारे बुरा कहता है कि मैं सफल नहीं हो सकता, मैं ये काम कर ही नहीं सकता, ये मेरे तो हो ही नहीं सकता, ये बिल्कुल नामुमकिन है, असंभव है, बिल्कुल हो नहीं सकता। साडा दिमाग उस गल नूं बहुत सुनता है। इसलिए जदों तुसीं कहंदे हो वो दिमाग दे असर हुंदा ते तुहाडे पूरी जिंदगी ते असर हुंदा, तुसीं उस काम नूं कर ही नहीं सकते। अगर तुसीं कहंदे मैं प्रार्थना कर ही नहीं सकता, मैं प्रभु दे पिछे लग नहीं सकता, मैं सुधर नहीं सकता, मेरे बच्चे सुधर नहीं सकते, मेरा परिवार नहीं सुधर सकता, मैनू कोई चंगी चीज़ मिल ही नहीं सकती, मेरी जिंदगी च कदे सफलता आ ही नहीं सकती, मेरा बिजनेस ठीक नहीं हो सकता, मेरा बच्चा ठीक नहीं हो सकता, मेरी वाइफ ठीक नहीं हो सकती, मेरा हस्बैंड ठीक नहीं हो सकता, मेरे परिवार दे नहीं हो सकते, मेरे पेरेंट्स ठीक नहीं हो सकते। अगर तुसीं अजिहियां गल्लां करदे रहोगे, मैं कदे शराब छड्ड नहीं सकदा, मैं सिगरट छड्ड नहीं सकदा, अजिहा कहंदे रहोगे तो उस तरह ही तुहाडे नाल वापरदा रहेगा। क्योंकि तुहाडे मूँह के अंदर, तुहाडी जुबान के अंदर प्रभु ने वो ताकत दी, जो तुसीं कहंदे हो तुहाडे नाल होना शुरू हो जाता। तुहाडा दिमाग उस गल नूं सुणदा है तो उसे दी मनदा है। इसलिए अगर तुसीं दिमाग नूं टेम करना है, इसनूं सही तरीके नाल मेंटर करना है, डिसिपलिन करना है, अनुशासन दे विच लैके आना है, तो ये जरा लॉ ऑफ माइंड जो है इनू प्रैक्टिस करो, अपनी जुबान के उत्ते कब्जा करके सही शब्द बोलो ताकि वो तुहाडे दिमाग ते सही असर कर सके। इसलिए बाणी नूं उचारो, बाणी नूं सोचो, बाणी दे अपने मूँह दे विच कहो सफलता दे शब्द, शांति दे शब्द, भलाई दे शब्द, बरकत दे शब्द, रहम दे शब्द, कृपा, अनुग्रह, फजल दे शब्द बोलो तो वाकई तुहाडा दिमाग अजिहा सोचना शुरू कर देगा। अगर तुसीं कहोगे हाँ मैं फलाना नशा छड्ड सकदा हाँ, मैं फलानी आदत तो सुधर सकदा हाँ, यह फलानी जी बुरी आदत मेरी जिंदगी तो जा सकती है, मैं फलानी बुराई तो दूर जा सकता हाँ, उस तरह तुहाडा दिमाग तुहानूं कंट्रोल करेगा, तुहानूं डायरैक्ट करेगा। अगर तुसीं कहोगे कि वाकई मैं सफल हो सकदा, मैं एक काम नूं कर सकदा, मैं बिजनेस कर सकदा, मैं पढ़ाई कर सकदा, मैं अपने एग्जाम च पास हो सकदा हाँ, प्रभु मेरी सहायता करनगे, मेरी मदद करनगे, उसने आख्या है मंगो दिता जाएगा, खटखटाओ खोलिया जाएगा, ढूंढो तुहानूं मिल जाएगा। उस तरह तुसीं अपने दिमाग नूं ये गल्लां उचार के कहोगे तो तुहाडा दिमाग उसनूं रिकॉर्ड करेगा तो उस मुताबिक तुहानूं गाइड करेगा। बाणी विच इसलिए लिखा है विश्वास आउंदा है सुनन दे नाल अते सुनना परमेश्वर दे वचन नाल। भाव की कि अगर तुसीं अपने मूँह दे राहीं शब्द नूं, प्रभु दी बाणी नूं, बाइबल दीयां गल्लां नूं, आयतां नूं, वायदिआं नूं, प्रॉमिसेस नूं उचारोगे वो तुहाडे दिमाग ते असर करनी है। तुहाडा दिमाग तुहाडी बॉडी नूं डायरैक्ट करेगा। उस तरह तुहाडा जी, तुहाडा मन, तुहाडे ख्याल, तुहाडीआं सोचां सब एक हो जाणगे ते तुसीं सफलता, संपन्नता
ਤੇ ਪ੍ਰਭੂ ਦੇ ਵੱਲ ਅੱਗੇ ਵਧਦੇ ਚਲੇ ਜਾਓਗੇ। ਇਹ ਗੱਲ ਦੀ ਗਾਰੰਟੀ ਹੈ ਕਿ ਜੋ ਬਾਣੀ ਵਿੱਚ ਲਿਖਿਆ ਉਸ ਦਾ ਪੂਰਾ ਹੋਣਾ ਬਹੁਤ ਜ਼ਰੂਰੀ ਹੈ। ਤੁਹਾਡਾ ਸਰੀਰ, ਤੁਹਾਡੀ ਜਾਨ, ਸਭ ਕੁਝ ਪ੍ਰਭੂ ਨੇ ਇਸ ਤਰੀਕੇ ਦੇ ਬਣਾਈ ਹੈ ਕਿ ਤੁਸੀਂ ਪ੍ਰਭੂ ਦੀ ਨੇੜਤਾ, ਉਸ ਦੇ ਕਰੀਬੀ, ਉਸ ਦੀ ਨਜ਼ਦੀਕੀ ਵਿੱਚ ਅੱਗੇ ਵਧੋ। ਦੂਸਰਾ ਪ੍ਰਿੰਸੀਪਲ ਇਸ ਲਈ ਬਹੁਤ ਇੰਪੋਰਟੈਂਟ ਹੈ, ਜੋ ਹੈ ਲਾਅ ਆਫ ਦ ਮਾਈਂਡ, ਮਸਤਿਸ਼ਕ ਦਾ, ਦਿਮਾਗ ਦਾ ਸਿਧਾਂਤ। ਤੀਸਰੀ ਗੱਲ, ਤੁਹਾਡੇ ਦਿਮਾਗ ਨੂੰ ਕਾਹਦੀ ਜ਼ਰੂਰਤ ਹੈ? ਉਹਨੂੰ ਇੱਕ ਐਗਜ਼ਾਮਪਲ ਦੀ ਜ਼ਰੂਰਤ ਹੈ, ਉਸ ਨੂੰ ਇੱਕ ਆਦਰਸ਼ ਦੀ ਜ਼ਰੂਰਤ ਹੈ, ਉਸ ਨੂੰ ਇੱਕ ਸਹੀ ਇੱਕ ਹੀਰੋ ਦੀ ਜ਼ਰੂਰਤ ਹੈ, ਇੱਕ ਅਜਿਹੇ ਇੱਕ ਐਗਜ਼ਾਮਪਲ ਦੀ ਜ਼ਰੂਰਤ ਹੈ ਜਿਸ ਨੂੰ ਉਹ ਫੋਲੋ ਕਰ ਸਕੇ। ਅਗਰ ਦੇਖੋ ਕੀ ਭਾਵ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਤੁਹਾਡੇ ਦਿਮਾਗ ਨੂੰ ਆਈਡੀਅਲ ਦੀ ਜ਼ਰੂਰਤ ਇਹ ਹੈ ਕਿ ਉਸ ਨੂੰ ਕੋਈ ਪਿਕਚਰ ਚਾਹੀਦੀ ਹੈ ਕਿ ਜਿਸ ਦਾ ਉਹ ਕਰ ਸਕੇ ਕਿ ਮੈਂ ਇਹਦੇ ਵਰਗਾ ਬਣਨਾ ਚਾਹੁੰਦਾ ਹਾਂ, ਮੈਂ ਫਲਾਣੇ ਵਰਗਾ ਬਣਨਾ ਚਾਹੁੰਦਾ। ਤੁਹਾਡੇ ਮਾਈਂਡ ਨੂੰ ਉਹ ਡਾਇਰੈਕਸ਼ਨ ਦੀ ਜ਼ਰੂਰਤ ਹੈ। ਇਹ ਦੋ ਤਿੰਨ ਗੱਲਾਂ ਨਾਲ ਅਸੀਂ ਆਪਣੇ ਮਾਈਂਡ ਨੂੰ ਫੀਲ ਕਰਦੇ ਹਾਂ, ਦੇਖਣ ਦੇ ਨਾਲ, ਸੁਣਨ ਦੇ ਨਾਲ। ਠੀਕ ਹੈ, ਦੇਖਣਾ ਕੀ ਅਸੀਂ ਵਾਚ ਕਰਦੇ ਹਾਂ, ਕਿੱਦਾਂ ਦੇ ਟੈਲੀਵਿਜ਼ਨ ਪ੍ਰੋਗਰਾਮ ਅਸੀਂ ਦੇਖਦੇ ਹਾਂ, ਕਿੱਦਾਂ ਦੇ DVD ਮੂਵੀਜ਼ ਅਸੀਂ ਦੇਖਦੇ ਹਾਂ, ਉਸ ਦਾ ਅਸਰ ਸਾਡੇ ਦਿਮਾਗ ਤੇ ਹੁੰਦਾ ਹੈ। ਕੀ ਤੁਸੀਂ ਵਾਚ ਕਰਦੇ ਹੋ, ਕੀ ਤੁਸੀਂ ਦੇਖਦੇ ਦੁਨੀਆ ਵਿੱਚ, ਕਿੱਥੇ ਕਿੱਥੇ ਜਾਂਦੇ ਹੋ, ਤੁਸੀਂ ਕੀ ਕੀ ਵਿਟਨੈਸ ਕਰਦੇ ਹੋ, ਕੀ ਕੀ ਤੁਸੀਂ ਦੇਖਦੇ ਹੋ, ਜਿੱਥੇ ਜਿੱਥੇ ਤੁਸੀਂ ਜਾਂਦੇ ਹੋ, ਦੇਖਦੇ ਹੋ, ਉਹ ਸਾਰੀਆਂ ਚੀਜ਼ਾਂ ਤੁਹਾਡਾ ਅੱਖਾਂ ਦੇ ਰਾਹੀਂ ਰਿਕਾਰਡ ਹੋ ਕੇ ਤੁਹਾਡੇ ਦਿਮਾਗ ਤੇ ਅਸਰ ਕਰਦੀਆਂ ਹਨ। ਕੰਨਾਂ ਦੇ ਰਾਹੀਂ ਤੁਸੀਂ ਕੀ ਸੁਣਦੇ ਹੋ, ਉਸ ਦਾ ਅਸਰ ਤੁਹਾਡੇ ਦਿਮਾਗ 'ਤੇ ਹੁੰਦਾ ਹੈ। ਫਿਰ ਕੀ ਤੁਸੀਂ ਪੜ੍ਹਦੇ ਹੋ, ਕਿੱਦਾਂ ਦੀਆਂ ਤੁਸੀਂ ਕਹਾਣੀਆਂ ਪੜ੍ਹਦੇ ਹੋ, ਕਿੱਦਾਂ ਦੀ ਇਨਫੋਰਮੇਸ਼ਨ ਤੁਸੀਂ ਪੜ੍ਹਦੇ ਹੋ, ਕਿੱਦਾਂ ਦੀ ਸਟੱਡੀ ਜਾਂ ਅਧਿਐਨ ਤੁਸੀਂ ਕਰਦੇ ਹੋ। ਆਪਣੇ ਦਿਮਾਗ ਦੇ ਲਈ ਅੱਛੀਆਂ ਬੁੱਕਸ ਪੜ੍ਹੋ। ਅਗਰ ਤੁਸੀਂ ਪੜ੍ਹਨਾ ਜਾਣਦੇ ਹੋ ਤਾਂ ਅੱਛੇ ਐਗਜ਼ਾਮਪਲਰੀ, ਜਿਨ੍ਹਾਂ ਦਾ ਤੁਸੀਂ ਅਨੁਸਰਨ ਜਾਂ ਪੈਰਵੀ ਕਰ ਸਕੋ, ਜਿਨ੍ਹਾਂ ਦੇ ਬਾਰੇ ਅੱਛਾ ਤੁਸੀਂ ਸੋਚ ਸਕੋ, ਅਜਿਹੇ ਸਫਲ ਲੋਕਾਂ ਦੀਆਂ ਬੁੱਕਸ ਲੈ ਕੇ, ਉਹਨਾਂ ਦੀਆਂ ਕਿਤਾਬਾਂ ਲੈ ਕੇ, ਉਹਨਾਂ ਦੀ ਜ਼ਿੰਦਗੀ ਦੇ ਉਦਾਹਰਨਾਂ ਤੋਂ ਸਿੱਖੋ। ਮਾਈਂਡ ਨੂੰ ਅੱਛੀ ਇਨਫੋਰਮੇਸ਼ਨ ਦੇਵੋ, ਅੱਛੀ ਪੜ੍ਹਾਈ। ਤੁਹਾਡਾ ਦਿਮਾਗ ਕੋਈ ਗਾਰਬੇਜ ਕੈਨ ਨਹੀਂ ਜਿਹਦੇ 'ਚ ਜੋ ਮਰਜ਼ੀ ਤੁਸੀਂ ਪਾਈ ਜਾਵੋ, ਨਹੀਂ। ਇਸ ਨੂੰ ਸਹੀ ਇਨਫੋਰਮੇਸ਼ਨ, ਸਹੀ ਇੰਸਟਰਕਸ਼ਨ, ਸਹੀ ਟੀਚਿੰਗਸ, ਸਹੀ ਬਾਣੀ ਦੇ ਸ਼ਬਦ, ਸਹੀ ਸਫਲਤਾ ਦੇ ਸ਼ਬਦ, ਸਹੀ ਗਿਆਨ ਦੇ ਸ਼ਬਦ, ਸਹੀ ਵਿਜ਼ਡਮ ਦੇ, ਅੰਡਰਸਟੈਂਡਿੰਗ ਦੇ ਸ਼ਬਦ ਤੁਸੀਂ ਪਾਓਗੇ ਤਾਂ ਤੁਹਾਡੇ ਦਿਮਾਗ ਦੇ ਵਿੱਚ ਇਹ ਕੰਮ ਹੋਣਗੇ। ਇਸ ਲਈ ਪਹਿਲਾ ਜੋ ਪ੍ਰਿੰਸੀਪਲ ਹੈ ਉਹ ਹੈ ਭਿੰਨਤਾ ਦਾ, ਦੂਸਰਾ ਹੈ ਦਿਮਾਗ ਦਾ। ਤੀਸਰਾ ਪ੍ਰਿੰਸੀਪਲ ਜੋ ਹੈ ਦ ਲਾਅ ਆਫ ਰੈਕਗਨੀਸ਼ਨ, ਭਾਵ ਪਹਿਚਾਣ ਦਾ ਸਿਧਾਂਤ। ਉਹ ਕਾਇਦਾ ਜੋ ਕਹਿੰਦਾ ਹੈ ਕਿ ਤੁਸੀਂ ਕਿਵੇਂ ਚੀਜ਼ਾਂ ਨੂੰ ਪਹਿਚਾਣਦੇ ਹੋ, ਕਿਵੇਂ ਤੁਸੀਂ ਪਛਾਣ ਕਰਦੇ ਹੋ ਚੀਜ਼ ਦੀ, ਵਕਤ ਦੀ। ਜੋ ਅਜ਼ੀਜ਼ ਤੁਹਾਡੇ ਰਸਤੇ ਦੇ ਵਿੱਚ ਤੁਹਾਨੂੰ ਮਿਲਦੇ ਨੇ, ਤੁਹਾਡੀ ਜ਼ਿੰਦਗੀ ਦੇ ਵਿੱਚ ਜਿਵੇਂ ਤੁਹਾਨੂੰ ਕੰਟੈਕਟਸ ਮਿਲਦੇ ਨੇ, ਉਹਨੂੰ ਤੁਸੀਂ ਕਿਵੇਂ ਰੈਕਗਨਾਈਜ਼ ਕਰਦੇ ਹੋ, ਓਪਰਚੁਨਿਟੀ ਜੋ ਮਿਲਦੀ ਉਸ ਨੂੰ ਕਿਵੇਂ ਰੈਕਗਨਾਈਜ਼ ਕਰਦੇ ਹੋ। ਇਹ ਲਾਅ ਆਫ ਰੈਕਗਨੀਸ਼ਨ ਬਹੁਤ ਇੰਪੋਰਟੈਂਟ ਹੈ। ਇੱਕ ਵਾਰ ਮੈਂ ਘਟਨਾ ਦੇ ਬਾਰੇ ਸੁਣਿਆ ਟੈਲੀਵਿਜ਼ਨ ਤੋਂ ਕਿ ਇੱਕ ਸ਼ਖਸ ਜੋ ਕਿਤੇ, ਉਸ ਨੂੰ ਇੱਕ ਫਰੇਮ ਦੀ ਲੋੜ ਸੀ, ਘਰ ਦੇ ਵਿੱਚ ਉਸ ਕੋ ਕੋਈ ਫੋਟੋ ਸੀ, ਉਸ ਨੂੰ ਫਰੇਮ ਕਰਨਾ ਚਾਹੁੰਦਾ ਸੀ, ਮੜਾ ਕੇ ਘਰ ਵਿੱਚ ਲਗਾਉਣਾ ਚਾਹੁੰਦਾ ਸੀ। ਉਹਨੇ ਸੋਚਿਆ ਬਹੁਤ ਮਹਿੰਗੇ ਫਰੇਮ ਦੁਕਾਨ ਤੋਂ ਆ ਰਹੇ, ਮੈਂ ਕੁਝ ਜਾ ਕੇ ਫਲੀ ਮਾਰਕੀਟ ਤੋਂ ਸਸਤਾ ਜਾ, ਜਿੱਥੇ ਪੁਰਾਣੀਆਂ ਚੀਜ਼ਾਂ ਮਿਲਦੀਆਂ ਨੇ, ਉੱਥੇ ਚਲੇ ਗਏ ਨੇ ਫਲੀ ਮਾਰਕੀਟ ਦੇ ਵਿੱਚ। ਉਸ ਜਗ੍ਹਾ ਜਾ ਕੇ ਉਸਨੇ ਪੁਰਾਣੇ ਜਿਹੜਾ ਸਮਾਨ ਉਹਦੇ ਵਿੱਚ ਉਸਨੂੰ ਇੱਕ ਫਰੇਮ, ਉਹਨੂੰ ਲੱਗਾ ਕਿ ਇਹ ਫਰੇਮ ਮੈਂ ਲਵਾਂਗਾ ਤੇ ਮੈਂ ਆਪਣੀ ਫੋਟੋ ਵਿੱਚ ਬਣਾ ਲਵਾਂਗਾ। ਇਨੀ ਉਹਦੇ ਵਿੱਚ ਇੱਕ ਫੋਟੋ ਮੜੀ ਹੋਈ ਸੀ ਜੋ ਇਹਨੂੰ ਪਸੰਦ ਵੀ ਨਹੀਂ ਸੀ। ਆਂਦਾ ਚਲੋ ਕੋਈ ਨਹੀਂ, ਮੈਂ ਤਾਂ ਸੁੱਟ ਵੀ ਦੇਣੀ ਹੈ ਕੱਢ ਕੇ ਬਾਹਰ, ਮੈਂ ਤਾਂ ਆਪਣੀ ਫੋਟੋ ਵਿੱਚ ਫਿੱਟ ਕਰਕੇ ਲਗਾਉਣੀ ਹੈ, ਮੈਂ ਫਰੇਮ ਲੈ ਲੈਣਾ। ਉਸ ਨੂੰ ਉਹ ਫਰੇਮ $2.39 ਦਾ ਕੁਝ ਉਸ ਨੂੰ ਮਿਲਿਆ ਫਲੀ ਮਾਰਕੀਟ ਦੇ ਵਿੱਚੋਂ, ਉਸ ਜੋ ਪੁਰਾਣੀਆਂ ਸਮਾਨ ਦੀਆਂ ਚੀਜ਼ਾਂ ਦੇ ਵਿੱਚੋਂ। ਘਰ ਲੈ ਕੇ ਆ ਗਿਆ। ਘਰ ਜਦੋਂ ਮੜਾਉਣ ਲੱਗਾ, ਉਸਨੇ ਉਹ ਫੋਟੋ ਨੂੰ ਕੱਢਿਆ ਤਾਂ ਉਸ ਜਿਹੜੀ ਉੱਪਰ ਫੋਟੋ ਲੱਗੀ ਸੀ ਉਸ ਨੂੰ ਪਛਾਣ ਕੀਤਾ, ਉਹਦੇ ਥੱਲੇ ਇੱਕ ਹੋਰ ਹੇਠਾਂ ਬਹੁਤ ਅੱਛੀ ਇੱਕ ਪੇਂਟਿੰਗਸ ਬਣੀ ਹੋਈ ਸੀ। ਉਸ ਨੂੰ ਲੱਗਿਆ ਵੀ ਇਹ ਜੋ ਪੇਂਟਿੰਗ ਹੈ ਕੋਈ ਆਮ ਪੇਂਟਿੰਗ ਨਹੀਂ ਹੈ, ਇਹ ਬੜੀ ਖਾਸ ਆ। ਤੇ ਉਸ ਨੂੰ ਲੱਗਾ ਕਿ ਇਹ ਬੜੀ ਵਧੀਆ ਪੇਂਟਿੰਗ ਹੈ। ਉਸਨੇ ਇੱਕ ਮਿਊਜ਼ੀਅਮ ਨੂੰ ਕਾਲ ਕੀਤਾ, ਉਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਮੇਰੇ ਕੋਲ ਇੱਕ ਬਹੁਤ ਅੱਛੀ ਪੇਂਟਿੰਗ ਹੈ, ਬੜੀ ਐਂਟੀਕ ਹੈ, ਬੜੀ ਪੁਰਾਤਨ ਲੱਗਦੀ ਹੈ ਤੇ ਬਹੁਤ ਹੀ ਪੁਰਾਣੀ ਹੈ ਤੇ ਬਹੁਤ ਹੀ ਅੱਛੀ ਪੇਂਟਿੰਗ ਹੈ, ਤੇ ਤੁਸੀਂ ਇਸ ਦੇ ਬਾਰੇ ਕੀ ਸੁਝਾਅ ਦਿੰਦੇ ਹੋ।
ਤੇ ਉਹਨਾਂ ਨੇ ਉਸ ਨੂੰ ਆਖਿਆ ਕਿ ਤੁਸੀਂ ਇਸ ਪੇਂਟਿੰਗ ਨੂੰ ਮਿਊਜ਼ੀਅਮ ਘਰ ਦੇ ਵਿੱਚ, ਉਸ ਅਜਾਇਬ ਘਰ ਦੇ ਵਿੱਚ ਲੈ ਕੇ ਆਓ, ਅਸੀਂ ਇਸ ਨੂੰ ਦੇਖਦੇ ਹਾਂ, ਇਹਦਾ ਨਿਰੀਖਣ ਕਰਦੇ ਹਾਂ। ਉਸ ਪੇਂਟਿੰਗ ਨੂੰ ਉਸ ਅਜਾਇਬ ਘਰ ਦੇ ਵਿੱਚ ਉਹ ਲੈ ਕੇ ਗਿਆ। ਉਹ ਸ਼ਖਸ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਉਸ ਦਾ ਮੁਆਇਨਾ ਕੀਤਾ ਤੇ ਉਸ ਦਾ ਨਿਰੀਖਣ ਕਰਨ ਤੋਂ ਬਾਅਦ ਉਸ ਪੇਂਟਿੰਗ ਦਾ ਮੁੱਲ ਉਸ ਨੂੰ $11 ਮਿਲੀਅਨ ਦਿੱਤਾ। ਸਮਝ ਰਹੇ ਹੋ? ਉਸ ਬੰਦੇ ਨੇ ਉਸ ਪੇਂਟਿੰਗ ਨੂੰ ਰੈਕਗਨਾਈਜ਼ ਕੀਤਾ, ਪਛਾਣਿਆ। ਜਿਸ ਬੰਦੇ ਨੇ ਉਸ ਨੂੰ ਫਲੀ ਮਾਰਕੀਟ ਦੇ ਵਿੱਚ ਜਰਾ ਖਾਨਾ ਬਦੋਸ਼ ਜੋ ਕੂੜਾ ਕਬਾੜਾ ਜਰਾ ਸੀ ਉਹਦੇ ਵਿੱਚ ਸਮਝ ਕੇ ਉਸ ਨੂੰ ਐਵੇਂ ਵੇਚ ਦਿੱਤਾ, ਜੋ ਸੁੱਟ ਦਿੱਤਾ, ਜਿਸ ਨੂੰ ਉਸਨੇ ਹੈ ਨਾ $2.39 ਦੇ ਵਿੱਚ, $2.5 ਤੋਂ ਵੀ ਥੋੜੇ ਪੈਸੇ ਦੇ ਵਿੱਚ ਉਸਨੇ ਉਸ ਨੂੰ ਖਰੀਦ ਲਿਆ ਸੀ। ਉਹ ਬਹੁਤ ਵੀ ਉਹਦੇ ਲਈ ਉਹ ਬਿਲਕੁਲ ਕੂੜਾ ਕਬਾੜਾ ਸੀ, ਇਸ ਲਈ ਉਸਨੇ ਸੁੱਟ ਦਿੱਤੀ। ਉਸਨੇ ਉਸ ਨੂੰ ਰੈਕਗਨਾਈਜ਼ ਨਹੀਂ ਕੀਤਾ। ਪਰ ਇਸ ਸ਼ਖਸ ਦੇ ਕੋਲ ਜਦੋਂ ਉਹੀ ਪੇਂਟਿੰਗ ਆਈ, ਉਸਨੇ ਉਸ ਨੂੰ ਰੈਕਗਨਾਈਜ਼ ਕੀਤਾ, ਉਸ ਨੂੰ ਪਛਾਣਿਆ, ਤਾਂ ਉਸ ਦੀ ਕੀਮਤ ਉਸ ਨੂੰ $11 ਮਿਲੀਅਨ ਮਿਲੀ। ਸਮਝ ਰਹੇ ਹੋ? ਇੱਕੋ ਸ਼ਖਸ ਜੋ ਹੈ ਉਸ ਨੂੰ ਪਛਾਣ, ਦੂਸਰਾ ਸ਼ਖਸ ਉਸੇ ਚੀਜ਼ ਨੂੰ ਪਛਾਣ ਨਹੀਂ ਪਾ ਰਿਹਾ। ਇਸ ਲਈ ਸਫਲਤਾ, ਸੰਪੰਨਤਾ, ਬਰਕਤ, ਆਸ਼ੀਸ਼ ਬਹੁਤੇਰੀ ਵਾਰ ਸਾਡੇ ਲਾਗਿਓਂ ਦੀ, ਸਾਡੇ ਨੇੜਿਓਂ ਦੀ ਨਿਕਲ ਜਾਂਦੀ ਹੈ ਤੇ ਸਾਨੂੰ ਪਤਾ ਵੀ ਨਹੀਂ ਲੱਗਦਾ। ਅਸੀਂ ਉਸ ਤੋਂ ਵਾਂਝੇ ਰਹਿ ਜਾਂਦੇ ਹਾਂ। ਭਾਵ ਇਹ ਕਿ ਅਸੀਂ ਉਸ ਓਪਰਚੁਨਿਟੀ ਨੂੰ, ਉਸ ਵਕਤ ਨੂੰ ਪਹਿਚਾਣਦੇ ਨਹੀਂ, ਰੈਕਗਨਾਈਜ਼ ਨਹੀਂ ਕਰਦੇ। ਸਫਲਤਾ ਸਾਡੇ ਨੇੜਿਓਂ ਦੀ ਲੰਘ ਕੇ ਸਾਨੂੰ ਛੂਹ ਕੇ ਚਲੀ ਜਾਂਦੀ ਹੈ। ਅਜਿਹੇ ਸ਼ਖਸ ਸਾਡੇ ਲਾਗੋਂ ਦੀ ਲੰਘ ਜਾਂਦੇ ਨੇ ਜਿਹੜੇ ਸਾਨੂੰ ਸਫਲਤਾ ਦੀ ਉੱਚੀ ਪੌੜੀ ਤੇ ਲਿਜਾ ਸਕਦੇ ਸੀ। ਅਜਿਹੇ ਕੰਟੈਕਟ ਜੋ ਪ੍ਰਭੂ ਨੇ ਸਾਨੂੰ ਦਿੱਤੇ ਹੋਣਗੇ, ਅਜਿਹੇ ਮਿੱਤਰ ਦੋਸਤ ਸਾਨੂੰ ਦਿੱਤੇ ਹੋਣਗੇ, ਅਜਿਹੇ ਕਾਲਜ ਵਿੱਚ ਫਰੈਂਡਸ, ਸਕੂਲ ਦੇ ਵਿੱਚ ਫਰੈਂਡਸ, ਕੋਲੀਗਸ, ਨਾਲ ਕੰਮ ਕਰਨ ਵਾਲੇ EMPLOYEES, ਕਰਮਚਾਰੀ, ਬੋਸ, ਹੋਰ ਵੀ ਕਈ ਕੰਟੈਕਟਸ ਪ੍ਰਭੂ ਨੇ ਸਾਨੂੰ ਦਿੱਤੇ ਹੋ ਸਕਦੇ, ਪਰ ਕਦੇ ਕਦਾਈ ਅਸੀਂ ਰੈਕਗਨਾਈਜ਼ ਨਹੀਂ ਕਰਦੇ। ਵਕਤ ਨੂੰ ਰੈਕਗਨਾਈਜ਼ ਨਹੀਂ ਕਰਦੇ। ਵਕਤ ਜੋ ਚਲੇ ਜਾਂਦਾ ਹੈ ਵਾਪਸ ਨਹੀਂ ਆਉਂਦਾ ਹੈ। ਬਾਣੀ ਵਿੱਚ ਲਿਖਿਆ, ਇੱਕ ਭੈਣ ਜਿਸ ਨੂੰ 12 ਵਰਿਆਂ ਤੋਂ ਬਹੁਤ ਬੁਰੀ ਬਿਮਾਰੀ ਸੀ, ਪਰ ਇੱਕ ਦਿਨ ਉਸਨੇ ਮਨ ਦੇ ਵਿੱਚ ਆਖਿਆ, ਮੈਂ ਅਗਰ ਪ੍ਰਭੂ ਦੇ ਪਲੜੇ ਨੂੰ ਛੂਵਾਂਗੀ ਤਾਂ ਮੈਂ ਚੰਗੀ ਹੋ ਜਾਵਾਂਗੀ। ਬਹੁਤ ਵੱਡੀ ਪੀੜ ਜਾ ਰਹੀ, ਪਰ ਉਸ ਔਰਤ ਨੇ ਪਿੱਛੋਂ ਦੀ ਜਾ ਕੇ ਪ੍ਰਭੂ ਦੇ ਉਸ ਵਸਤਰ ਨੂੰ ਛੂਆ, ਉਸ ਦੀ ਪੋਸ਼ਾਕ ਨੂੰ ਛੂਆ ਤੇ ਉਸੇ ਘੜੀ ਉਹ ਚੰਗੀ ਹੋ ਗਈ। ਬਾਕੀ ਲੋਕ ਵੀ ਉਸ ਜਗ੍ਹਾ ਤੇ ਪ੍ਰਭੂ ਨੂੰ ਟੱਚ ਕਰ ਰਹੇ ਸਨ, ਪਰ ਉਹਨਾਂ ਨੇ ਉਸ ਓਪਰਚੁਨਿਟੀ ਨੂੰ ਰੈਕਗਨਾਈਜ਼ ਨਹੀਂ ਕੀਤਾ, ਪਛਾਣਿਆ ਨਹੀਂ, ਇਸ ਲਈ ਬਰਕਤ ਨਹੀਂ ਪਾ ਸਕੇ। ਪਰ ਉਸ ਔਰਤ ਨੂੰ ਮਨ ਦੇ ਵਿੱਚ ਸੋਚਿਆ, ਨਿਸ਼ਚਾ ਕੀਤੀ, ਵਿਸ਼ਵਾਸ ਕੀਤਾ, ਰੈਕਗਨਾਈਜ਼ ਕਰ ਲਿਆ। ਇਸੇ ਤਰ੍ਹਾਂ ਪ੍ਰਭੂ ਯਿਸੂ ਜੀ ਦੇ 12 ਸ਼ਾਗਿਰਦ ਸਨ। 12 ਨੇ ਬਾਣੀ ਸੁਣੀ, ਸਿੱਖਿਆ ਪ੍ਰਾਪਤ ਕੀਤੀ, ਤਾਲੀਮ ਹਾਸਲ ਕੀਤੀ। ਉਹਨਾਂ ਦੇ ਵਿੱਚੋਂ ਇੱਕ ਜਿਹੜਾ ਹੈ ਯਹੂਦਾ ਇਸਕਰੋਤੀ, ਉਸਨੇ ਪ੍ਰਭੂ ਦੀ ਉਸ ਅਨੰਤ ਸਿੱਖਿਆ ਨੂੰ ਪਹਿਚਾਣਿਆ ਨਹੀਂ, ਆਪਣੇ ਹੀ ਪ੍ਰਭੂ ਦੇ ਨਾਲ ਵਿਸ਼ਵਾਸਘਾਤ ਕੀਤਾ, ਵਿਦਰੋਹ ਕੀਤਾ ਤੇ ਪ੍ਰਭੂ ਨੂੰ ਪਕੜਵਾਇਆ। ਲਾਲਚ ਦੇ ਕਾਰਨ ਬਹੁਮੁੱਲਾ ਬੇਸ਼ਕੀਮਤੀ ਸਵਰਗ ਜਾਣ ਦੇ ਮੌਕੇ ਨੂੰ ਗਵਾ ਬੈਠਾ। ਪ੍ਰਭੂ ਦੇ ਨਾਲ 2 ਡਾਕੂਆਂ ਨੂੰ ਸਲੀਬ ਦਿੱਤਾ ਗਿਆ ਸੀ, ਇੱਕ ਖੱਬੇ ਤੇ ਸੱਜੇ। ਇੱਕ ਡਾਕੂ ਪ੍ਰਭੂ ਜੀ ਨੂੰ ਕਹਿੰਦਾ, ਉਹ ਤੁਸੀਂ ਆਪ ਵੀ ਉਤਰ ਜੋ ਤੇ ਸਾਨੂੰ ਵੀ ਉਤਾਰ ਦਿਓ, ਤੁਹਾਡੇ 'ਚ ਬੜੀ ਸ਼ਕਤੀ ਆ, ਖਾਮਖਾ ਤੁਸੀਂ ਆਪ ਵੀ ਟੰਗੇ ਤੇ ਸਾਨੂੰ ਵੀ ਨਾਲ ਟੰਗੇ ਤੁਸੀਂ ਦੇਖੀ ਜਾ ਰਹੇ ਹੋ, ਉਤਰੋ ਤੇ ਸਾਨੂੰ ਵੀ ਉਤਾਰੋ। ਦੂਸਰਾ ਕਹਿੰਦਾ ਹੈ, ਪ੍ਰਭੂ ਜੀ ਦੇਖੋ ਜਦੋਂ ਤੁਸੀਂ ਆਪਣੀ ਬਾਦਸ਼ਾਹਤ ਵਿੱਚ ਜਾਓ ਤਾਂ ਮੈਨੂੰ ਯਾਦ ਕਰਿਓ। ਦੂਸਰੇ ਨੂੰ ਝਿੜਕਦਾ ਕਹਿੰਦਾ, ਤੈਨੂੰ ਪਤਾ ਤੂੰ ਤਾਂ ਆਪਣੇ ਕਰਨੀਆਂ ਕਰਕੇ ਇਸ ਜਗ੍ਹਾ ਤੇ ਟੰਗੇ ਹੋਇਆ, ਪਰ ਇਸ ਸ਼ਖਸ ਨੇ, ਇਸ ਪ੍ਰਭੂ ਨੇ ਕੁਝ ਨਹੀਂ ਕੀਤਾ, ਇਹ ਤਾਂ ਨਿਰਦੋਸ਼ ਹਨ। ਉਸਨੇ ਰੈਕਗਨਾਈਜ਼ ਕੀਤਾ ਤੇ ਪ੍ਰਭੂ ਸਾਹਮਣੇ ਆਪਣੇ ਆਪ ਨੂੰ ਝੁਕਾਇਆ, ਨੀਵਿਆਂ ਕੀਤਾ। ਉਸੇ ਘੜੀ ਪ੍ਰਭੂ ਦੇ ਅੱਗੇ ਕਿਹਾ, ਪ੍ਰਭੂ ਮੈਨੂੰ ਯਾਦ ਕਰਿਓ ਆਪਣੀ ਬਾਦਸ਼ਾਹਤ ਦੇ ਵਿੱਚ। ਤੇ ਪ੍ਰਭੂ ਯਿਸੂ ਜੀ ਉਸ ਨੂੰ ਆਖਦੇ ਨੇ, ਅੱਜ ਹੀ ਤੂੰ ਮੇਰੇ ਨਾਲ ਫਿਰਦੌਸ ਦੇ ਵਿੱਚ ਹੋਵੇਂਗਾ। ਉਸਨੇ ਉਸ ਮੌਕੇ ਨੂੰ ਰੈਕਗਨਾਈਜ਼ ਕੀਤਾ। ਉਸੇ ਘੜੀ ਇੱਕ ਲਾਗੇ ਹੀ ਸ਼ਖਸ ਜੋ ਹੈ ਪ੍ਰਭੂ ਦੇ ਨਾਲ ਫਿਰਦੌਸ ਵਿੱਚ, ਪੈਰਾਡਾਈਜ਼ ਵਿੱਚ ਗਿਆ, ਦੂਸਰਾ ਨਰਕਾਂ ਦੀ ਅੱਗ ਵਿੱਚ ਚਲੇ ਗਿਆ। ਦੇਖੋ ਪਿਆਰੇ ਅਜ਼ੀਜ਼ੋ, ਜਦ ਤੱਕ ਅਸੀਂ ਰੈਕਗਨਾਈਜ਼ ਨਹੀਂ ਕਰਦੇ, ਉਸ ਨੂੰ ਪਹਿਚਾਣਦੇ ਨਹੀਂ ਹਾਂ, ਤਦ ਤੱਕ ਅਸੀਂ ਉਸ ਚੀਜ਼ ਤੋਂ, ਬਰਕਤ ਤੋਂ ਦੂਰ ਰਹਿ ਜਾਂਦੇ ਹਾਂ, ਓਪਰਚੁਨਿਟੀ ਤੋਂ ਦੂਰ ਰਹਿੰਦੇ ਨੇ। ਲਾਅ ਆਫ ਰੈਕਗਨੀਸ਼ਨ ਵੈਰੀ ਇੰਪੋਰਟੈਂਟ ਹੈ, ਬਹੁਤ ਮਹੱਤਵਪੂਰਨ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿੱਚ ਵਕਤ ਨੂੰ ਪਛਾਣੀਏ। ਹੁਣ ਵੀ ਪ੍ਰਭੂ ਨੇ ਤੁਹਾਨੂੰ ਇੱਕ ਵਕਤ ਦਿੱਤਾ ਹੈ, ਇੱਕ ਅਜਿਹਾ ਵਕਤ
ਜੋ ਤੁਹਾਨੂੰ ਪ੍ਰਭੂ ਦੇ ਨਾਲ ਜੋੜ ਸਕਦਾ ਹੈ। ਅਗਰ ਇਸ ਵਕਤ ਨੂੰ ਪਛਾਣਦੇ ਹੋਏ ਤੁਸੀਂ ਅੱਜ ਹੀ ਇਸੇ ਘੜੀ ਪ੍ਰਭੂ ਦੇ ਅੱਗੇ ਆਓਗੇ, ਆਖੋਗੇ ਪ੍ਰਭੂ ਮੈਂ ਵਕਤ ਬਰਬਾਦ ਨਹੀਂ ਕਰਨਾ ਚਾਹੁੰਦਾ, ਫਜ਼ੂਲ ਦੇ ਵਿੱਚ ਟਾਈਮ ਜ਼ਾਇਆ ਨਹੀਂ ਕਰਨਾ ਚਾਹੁੰਦਾ, ਮੈਂ ਆਪਣੀ ਜ਼ਿੰਦਗੀ ਤੁਹਾਡੇ ਹੱਥਾਂ 'ਚ ਸਪੁਰਦ ਕਰਦਾ ਹਾਂ ਜਾਂ ਕਰਦੀ ਹਾਂ। ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਸ਼ੀਸ਼ ਬਰਕਤ ਨਾਲ ਭਰਪੂਰ ਕਰੋ, ਮੇਰੇ ਗੁਨਾਹ ਗਲਤੀਆਂ ਨੂੰ ਮਾਫ ਕਰੋ। ਹੁਣੇ ਪ੍ਰਭੂ ਜੀ ਮੇਰੇ ਤੇ ਬਰਕਤ ਵਾਲਾ ਹੱਥ ਰੱਖੋ, ਚੰਗਾਈ ਵਾਲਾ ਹੱਥ ਰੱਖੋ, ਤੇ ਪ੍ਰਭੂ ਤੁਹਾਡੀ ਜ਼ਿੰਦਗੀ 'ਚ ਤੁਹਾਡੀ ਪ੍ਰਾਰਥਨਾ ਅਰਦਾਸ ਨੂੰ ਸੁਣਨਗੇ। May the Lord bless you as you obey this principle in your life। ਦੂਸਰੇ ਪ੍ਰੋਗਰਾਮ ਦੇ ਵਿੱਚ ਬਾਕੀ 4 ਪ੍ਰਿੰਸੀਪਲ ਸਿਧਾਂਤ ਮੈਂ ਤੁਹਾਨੂੰ ਸਿਖਾਵਾਂਗਾ ਦੂਸਰੇ ਭਾਗ ਦੇ ਵਿੱਚ ਨੈਕਸਟ ਟਾਈਮ। ਆਓ ਤੁਹਾਡੇ ਲਈ ਪ੍ਰਾਰਥਨਾ ਕਰਦਾ। ਪ੍ਰਭੂ ਜੀ ਮੇਰੇ ਅਜ਼ੀਜ਼ਾਂ ਭੈਣ ਭਰਾਵਾਂ ਬੱਚਿਆਂ ਬਜ਼ੁਰਗਾਂ ਤੇ ਤੁਹਾਡੀ ਆਸ਼ੀਸ਼ ਬਰਕਤ ਵਾਲਾ ਹੱਥ ਹੋਵੇ, ਇਹਨਾਂ ਨੂੰ ਚੰਗਾਈ ਬਖਸ਼ੋ, ਆਸ਼ੀਸ਼ ਦਿਓ, ਆਪਣੇ ਆਸ਼ੀਸ਼ ਵਾਲੇ ਬਰਕਤ ਵਾਲੇ ਹੱਥਾਂ ਦੇ ਨਾਲ ਛੂਹ ਕੇ ਚੰਗਿਆਈਆਂ ਬਖਸ਼ੋ, ਆਸੀਸ ਦੇਵੋ, ਚੰਗਾਈ ਬਖਸ਼ੋ, ਅਕਲ ਗਿਆਨ ਬੁੱਧ ਬਖਸ਼ੋ, ਬੜੀ ਬਰਕਤ ਦਿਓ, ਆਸ਼ੀਸ਼ ਦਿਓ। ਪ੍ਰਭੂ ਯਿਸੂ ਜੀ ਦੇ ਪਵਿੱਤਰ ਨਾਮ ਤੇ ਪ੍ਰਾਰਥਨਾ ਕਰਦੇ ਹਾਂ, ਆਮੀਨ। John chapter 14 verse 6. Jesus said, I am the way, the truth, and the life. No one comes to the Father except through me. यूहन्ना दी अंजील उसदा 14 बाब उसदी 6 ऐत विच इस तरह लिखिया है, यीशु मसीह ने कहा, राह अते सच्चाई अते जीवन मैं हाँ, कोई मेरे वसीले बिना पिता दे कोल नहीं आउंदा।